हाँ जी डियर स्टूडेंट्स, ਆਪਾਂ ਨੇ ਹੁਣ ਫੰਕਸ਼ਨਸ ਦੇ ਨਾਲ ਰਿਲੇਟਡ ਬੱਚੇ ਕੁਝ ਐਗਜ਼ਾਮਪਲਸ ਅੱਜ ਦੇ ਲੈਕਚਰ ਦੇ ਵਿੱਚ ਕਰਾਂਗੇ। ਪਹਿਲਾਂ ਆਪਾਂ ਫੰਕਸ਼ਨ ਦੀ ਡੈਫੀਨੇਸ਼ਨ, ਡੋਮੇਨ ਐਂਡ ਰੇਂਜ ਤੇ ਇਹ ਵੀ ਕਰ ਚੁੱਕੇ ਹਾਂ ਕਿ ਕਿਹੜੇ ਟਾਈਪ ਦੇ ਫੰਕਸ਼ਨਸ ਹੁੰਦੇ ਨੇ, ਹੈ ਨਾ, ਤੇ ਐਂਡ 1 ਤੇ ਔਨ ਟੂ ਫੰਕਸ਼ਨਸ ਨੂੰ ਕਿਵੇਂ ਚੈੱਕ ਕਰਨਾ ਹੁੰਦਾ। ਬਟ ਆਪਾਂ ਅੱਜ ਉਹਨਾਂ ਸਾਰੀਆਂ ਡੈਫੀਨੇਸ਼ਨਸ ਨੂੰ ਪ੍ਰੈਕਟੀਕਲੀ ਅਪਲਾਈ ਕਰਕੇ ਦੇਖਣਾ ਹੈ ਕਿ ਉਹ ਕਿਵੇਂ, ਮਤਲਬ ਕਿ ਆਪਾਂ ਕਿਸੇ ਵੀ ਐਗਜ਼ਾਮਪਲਸ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ। ਜਿਵੇਂ ਬੱਚੇ ਤੁਹਾਡੇ ਕੋਲ ਪਹਿਲਾ ਜੋ ਕੁਐਸਚਨ ਹੈਗਾ ਬੁੱਕ ਦੇ ਵਿੱਚ, ਉਹ ਹੈਗਾ ਕਿ ਅ ਫੰਕਸ਼ਨ ਐਫ ਇਜ਼ ਡਿਫਾਈਨਡ ਔਨ ਦ ਸੈਟ ਆਫ ਇੰਟੀਜਰਸ ਐਜ਼ ਫੋਲੋਜ਼ f(x) = 1 + x 2x - 1 3x - 10। ਬਟ ਇਹ ਫੰਕਸ਼ਨ ਇਹਨਾਂ ਨੇ ਬੱਚੇ ਐਕਸ ਦੀਆਂ ਡਿਫਰੈਂਟ ਵੈਲਿਊਜ਼ ਦੇ ਉੱਪਰ ਡਿਫਾਈਨ ਕੀਤੇ ਹੋਏ ਨੇ। ਇਹਦਾ ਫੰਕਸ਼ਨ ਦਾ ਮਤਲਬ ਹੁੰਦਾ ਹੈ ਕਿ ਅਗਰ ਤਾਂ ਤੁਸੀਂ ਐਕਸ ਦੀ ਵੈਲਿਊ 1 ਤੋਂ ਲੈ ਕੇ 2 ਦੇ ਵਿੱਚ ਪੁੱਟ ਕਰਦੇ ਹੋ ਤਾਂ ਤੁਸੀਂ ਫੰਕਸ਼ਨ ਦੀ ਵੈਲਿਊ ਨੂੰ 1 + x ਚੂਜ਼ ਕਰਨਾ। ਬਟ ਅਗਰ ਤੁਸੀਂ x ਦੀ ਵੈਲਿਊ 2 ਤੋਂ ਲੈ ਕੇ 4 ਦੇ ਵਿੱਚ ਪੁੱਟ ਕਰਦੇ ਹੋ ਤਾਂ ਤੁਸੀਂ 2x - 1 ਪੁੱਟ ਕਰੋਗੇ। ਅਤੇ ਜਦੋਂ ਤੁਸੀਂ x ਦੀ ਵੈਲਿਊ 4 ਤੋਂ ਲੈ ਕੇ 6 ਦੇ ਵਿੱਚ ਪੁੱਟ ਕਰਦੇ ਹੋ ਤਾਂ ਤੁਸੀਂ ਫੰਕਸ਼ਨ ਨੂੰ ਚੂਜ਼ ਕਰਨਾ 3x - 10। ਠੀਕ ਹੈ ਬੱਚੇ, ਤਾਂ ਇੱਥੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਬ ਪਾਰਟ ਬਣਿਆ ਹੋਇਆ ਇਸ ਕੁਐਸਚਨ ਦਾ, ਉਹ ਤੁਸੀਂ ਫਾਈਂਡ ਕਰਨੀ ਹੈ ਡੋਮੇਨ ਆਫ ਦਾ ਫੰਕਸ਼ਨ। ਡੋਮੇਨ ਕੀ ਹੁੰਦੀ ਹੈ? ਡੋਮੇਨ ਉਹ ਹੁੰਦੀ ਹੈ ਜਿਹੜੀ ਆਪਾਂ ਨੇ ਵੈਲਿਊ ਸਬਸਟੀਟਿਊਟ ਕਰਨੀ ਹੁੰਦੀ ਹੈ, ਮੀਨਸ ਕਿ ਐਕਸ ਦੀਆਂ ਵੈਲਿਊਜ਼, ਹੈ ਨਾ। ਤਾਂ ਹੁਣ ਤੁਸੀਂ ਦੇਖੋ ਜਿਹੜੀ ਇਹਦੀ ਡੈਫੀਨੇਸ਼ਨ ਹੈ ਉਹਦੇ ਵਿੱਚ ਐਕਸ ਦੀਆਂ ਵੈਲਿਊਜ਼ ਆਪਣੇ ਕੋਲ 1 ਤੋਂ ਲੈ ਕੇ 5 ਤੱਕ ਨਹੀਂ। ਹੁਣ ਤੁਸੀਂ ਕਹੋਗੇ ਕਿ ਇੱਥੇ 6 ਕਿਉਂ ਨਹੀਂ ਹੈਗਾ? ਕਿਉਂਕਿ 6 ਦੇ ਉੱਪਰ ਇਕੁਆਲਿਟੀ ਦਾ ਸਿੰਬਲ ਨਹੀਂ ਹੈਗਾ ਬੱਚੇ। ਇੱਥੇ ਆਪਣੇ ਕੋਲ <6 ਕਿਹਾ ਹੋਇਆ, ਪਲੱਸ ਇੰਟੀਜਰ ਕਹਿ ਰਹੇ ਨੇ, ਹੈ ਨਾ। ਉਹ ਤਾਂ <6 ਇੰਟੀਜਰ ਕੌਣ ਹੁੰਦਾ? 5 ਹੁੰਦਾ। ਤਾਂ ਮੀਨਸ ਕਿ ਇਹਦੀ ਜਿਹੜੀ ਡੋਮੇਨ ਆਣੀ ਹੈ, ਡੋਮੇਨ ਦੇ ਵਿੱਚ ਤੁਹਾਡੇ ਕੋਲ 1 2 3 4 ਐਂਡ 5 ਇਹੀ ਐਲੀਮੈਂਟਸ ਆਣੇ ਆ, ਇਸ ਤੋਂ ਜ਼ਿਆਦਾ ਐਲੀਮੈਂਟਸ ਨਹੀਂ ਆਉਣਗੇ। ਠੀਕ ਹੈ ਬੱਚੇ। ਅਤੇ ਨੈਕਸਟ ਜਿਹੜੀ ਸੈਕਿੰਡ ਤੁਸੀਂ ਫਾਈਂਡ ਕਰਨੀ ਹੈ ਰੇਂਜ। ਰੇਂਜ ਵਾਸਤੇ ਤੁਸੀਂ ਕੀ ਕਰੋਗੇ? ਜਿਹੜੇ ਤੁਹਾਡੇ ਕੋਲ ਡੋਮੇਨ ਵਾਲੇ ਐਲੀਮੈਂਟਸ ਆਏ ਆ ਉਹਨਾਂ ਨੂੰ ਤੁਸੀਂ ਵਾਰੀ ਇਹਦੇ ਵਿੱਚ ਪੁੱਟ ਕਰਕੇ ਦੇਖੋ। ਜਿਵੇਂ ਸਭ ਤੋਂ ਪਹਿਲਾਂ ਤੁਸੀਂ 1 ਪੁੱਟ ਕੀਤਾ, 1 ਪੁੱਟ ਕਰੋਗੇ ਤਾਂ ਤੁਸੀਂ 1 + x ਦੇ ਵਿੱਚ ਕਰੋਗੇ ਨਾ, ਕਿਉਂਕਿ 1 ਜਦੋਂ ਤੁਸੀਂ x ਦੀ ਵੈਲਿਊ 1 ਚੂਜ਼ ਕਰਨੀ ਹੈ ਤਾਂ ਫੰਕਸ਼ਨ ਚੂਜ਼ ਕਰਨਾ 1 + x। ਤਾਂ ਮੀਨਸ ਕਿ ਜਦੋਂ ਤੁਸੀਂ x ਦੀ ਵੈਲਿਊ 1 ਲਿੱਤੀ ਤਾਂ y ਦੀ ਵੈਲਿਊ ਕਿੰਨੀ ਆ ਗਈ? 2 ਆ ਗਈ। ਤਾਂ ਇੱਕ ਤਾਂ ਰੇਂਜ ਸੈੱਟ ਦੇ ਵਿੱਚ 2 ਆ ਜਾਊਗਾ। ਦੈਨ ਤੁਸੀਂ 2 ਪੁੱਟ ਕਰੋ, 2 ਪੁੱਟ ਕਰਕੇ ਇੱਥੇ ਕਿੰਨਾ ਆ ਜਾਊਗਾ? 3 ਆ ਜਾਊਗਾ। 2 ਤੁਸੀਂ ਪੁੱਟ ਕਰੋਗੇ 2x - 1 ਦੇ ਵਿੱਚ, ਤਾਂ ਰੇਂਜ ਸੈੱਟ ਦੇ ਵਿੱਚ 3 ਆ ਗਿਆ। ਦੈਨ ਜਦੋਂ ਤੁਸੀਂ 3 ਪੁੱਟ ਕਰੋਗੇ ਉਹ ਵੀ ਤੁਸੀਂ ਇਹਦੇ ਵਿੱਚ ਕਰੋਗੇ, ਕਿਉਂਕਿ 2 to 4 ਦੇ ਵਿੱਚ ਤੁਸੀਂ ਫੰਕਸ਼ਨ ਚੂਜ਼ ਕਰਨਾ 2x - 1। ਜਦੋਂ ਤੁਸੀਂ 3 ਪੁੱਟ ਕੀਤਾ ਤਾਂ 3 × 2 - 1 5 ਆ ਗਿਆ, ਤਾਂ 5 ਵੀ ਰੇਂਜ ਸੈੱਟ ਦੇ ਵਿੱਚ ਆ ਗਿਆ। ਜਦੋਂ ਤੁਸੀਂ ਨੈਕਸਟ 4 ਪੁੱਟ ਕਰਨਾ ਹੈ, 4 ਪੁੱਟ ਕਰਨਾ ਤੁਸੀਂ 3x - 10 ਦੇ ਵਿੱਚ, ਤਾਂ ਇੱਥੇ ਜਦੋਂ ਤੁਸੀਂ ਪੁੱਟ ਕੀਤਾ ਤਾਂ 12 - 10 2 ਆ ਗਿਆ। ਪਰ 2 ਆਪਣੇ ਕੋਲ ਆਲਰੇਡੀ ਰੇਂਜ ਸੈੱਟ ਦੇ ਵਿੱਚ ਸੀਗਾ, ਤਾਂ ਤੁਸੀਂ ਇਹਨੂੰ ਦੁਬਾਰਾ ਨਹੀਂ ਲਿਖਣਾ। ਰੇਂਜ ਸੈੱਟ ਦੇ ਵਿੱਚ ਹਰ ਇੱਕ ਐਲੀਮੈਂਟ ਨੂੰ ਸਿਰਫ ਇੱਕ ਵਾਰੀ ਹੀ ਲਿਖਣਾ ਹੁੰਦਾ। ਠੀਕ ਹੈ ਬੱਚੇ। ਅਤੇ ਨੈਕਸਟ ਜਦੋਂ ਤੁਸੀਂ 5 ਪੁੱਟ ਕੀਤਾ ਤਾਂ 5 ਵੀ ਤੁਸੀਂ 3x - 10 ਦੇ ਵਿੱਚ ਹੀ ਪੁੱਟ ਕਰੋਗੇ, ਹੈ ਨਾ। ਤਾਂ ਜਦੋਂ 3x - 10 ਦੇ ਵਿੱਚ 5 ਪੁੱਟ ਕੀਤਾ ਤਾਂ 5 ਆ ਗਿਆ। 5 ਵੀ ਆਪਣੇ ਕੋਲ ਆਲਰੇਡੀ ਰੇਂਜ ਸੈੱਟ ਦੇ ਵਿੱਚ ਹੈਗਾ ਸੀਗਾ, ਤਾਂ ਇਹਨੂੰ ਵੀ ਆਪਾਂ ਦੁਬਾਰਾ ਨਹੀਂ ਲਿਖਾਂਗੇ। ਤਾਂ ਇਸ ਤਰੀਕੇ ਦੇ ਨਾਲ ਰੇਂਜ ਸੈੱਟ ਦੇ ਵਿੱਚ 3 ਐਲੀਮੈਂਟ ਆ ਗਏ, 2 3 ਐਂਡ 5। ਨੈਕਸਟ ਪਾਰਟ ਹੈਗਾ ਬੱਚੇ ਇਹਦਾ ਫਾਈਂਡ ਦ ਵੈਲਿਊ ਆਫ f(r)। ਮੀਨਸ ਕਿ ਤੁਸੀਂ 4 ਦੇ ਉੱਪਰ ਵੈਲਿਊ ਕੱਢਣੀ ਹੈ। ਉਹ ਆਪਾਂ ਆਲਰੇਡੀ ਬੱਚੇ ਕੱਢ ਕੇ ਹੀ ਆ ਚੁੱਕੇ ਹਾਂ ਕਿ ਜਦੋਂ 4 ਪੁੱਟ ਕੀਤਾ ਤਾਂ ਵੈਲਿਊ ਆਪਣੇ ਕੋਲ 2 ਆ ਗਈ ਸੀ, ਹੈ ਨਾ। ਤਾਂ ਥਰਡ ਪਾਰਟ ਆਲਰੇਡੀ ਆਪਾਂ ਕਰ ਹੀ ਚੁੱਕੇ ਸੀਗੇ। ਨੈਕਸਟ ਆ ਜਾਂਦਾ ਬੱਚੇ ਕਿ ਇਹ ਦੇਖਣਾ ਆਪਾਂ ਨੇ ਕਿ ਜਿਹੜਾ ਇਹ ਫੰਕਸ਼ਨ ਹੈ ਆਪਣੇ ਕੋਲ 1 ਫੰਕਸ਼ਨ ਹੈ ਕਿ ਮੈਨੀ 1 ਫੰਕਸ਼ਨ ਹੈ। 1 ਵਾਸਤੇ ਆਪਾਂ ਨੂੰ ਪਤਾ ਹੈ ਕਿ ਕੀ ਡੈਫੀਨੇਸ਼ਨ ਹੁੰਦੀ ਹੈ ਕਿ ਹਰ ਇੱਕ ਪੁਆਇੰਟ ਦੇ ਕਰਸਪੋਂਡਿੰਗ ਸਿਰਫ ਇੱਕ ਹੀ ਇਮੇਜ ਆਉਂਦੀ ਹੈ, ਕਿਸੇ 2 ਪੁਆਇੰਟ ਦੀ ਸੇਮ ਇਮੇਜ ਨਹੀਂ ਹੋਣੀ ਚਾਹੀਦੀ। ਬਟ ਇਹਦੇ ਵਿੱਚ ਤਾਂ ਹੁਣ ਤੁਸੀਂ ਦੇਖੋ ਕਿ 1 ਦੀ ਇਮੇਜ ਵੀ 2 ਸੀ ਅਤੇ 4 ਦੀ ਇਮੇਜ ਵੀ 2 ਸੀ, ਤਾਂ ਇਹਦੇ ਵਿੱਚ 2 ਡਿਫਰੈਂਟ ਪੁਆਇੰਟ ਦੀ ਸੇਮ ਇਮੇਜ ਆ ਗਈ। ਤਾਂ ਇਟ ਮੀਨਸ ਇਹ ਫੰਕਸ਼ਨ 1 ਤਾਂ ਹੋ ਨਹੀਂ ਸਕਦਾ ਨਾ, ਇਹ ਫੰਕਸ਼ਨ ਹੋਊਗਾ ਮੈਨੀ 1 ਫੰਕਸ਼ਨ। ਨੈਕਸਟ ਬੱਚੇ ਸੈਕਿੰਡ ਐਗਜ਼ਾਮਪਲ ਦੇ ਵਿੱਚ ਤੁਹਾਡੇ ਕੋਲ ਹੈਗਾ ਕਿ A ਅਤੇ B ਸੈੱਟ ਤੁਹਾਨੂੰ ਦਿੱਤੇ ਹੋਏ ਨੇ, ਸੇਮ ਸੈੱਟ ਦਿੱਤੇ ਹੋਏ ਨੇ, ਜਿਵੇਂ 1 2 3 4 ਐਂਡ 5। ਇਹਦੇ ਵਿੱਚ ਫੰਕਸ਼ਨਸ ਡਿਫਾਈਨ ਕੀਤੇ ਨੇ, ਫੰਕਸ਼ਨ f from A to B ਸੱਚ ਦੈਟ ਫੰਕਸ਼ਨ ਇਜ਼ 1 ਐਂਡ ਔਨ ਟੂ। ਇੱਕ ਫੰਕਸ਼ਨ ਡਿਫਾਈਨ ਕਰਨੇ ਨੇ ਖੁਦ ਤੋਂ, ਐਸੇ ਫੰਕਸ਼ਨ ਡਿਫਾਈਨ ਕਰਨੇ ਹੈ ਕਿ ਜਿਹੜੇ 1 ਤੇ ਔਨ ਟੂ ਹੋਣ। ਸੈਕਿੰਡ ਪਾਰਟ ਦੇ ਵਿੱਚ ਆਪਾਂ ਨੇ ਦੱਸਣਾ ਹੈ ਕਿ ਐਸਾ ਫੰਕਸ਼ਨ ਡਿਫਾਈਨ ਕਰੋ ਕਿ ਜਿਹੜਾ ਨਾ 1 ਹੋਵੇ ਅਤੇ ਨਾ ਔਨ ਟੂ ਹੋਵੇ। ਥਰਡ ਦੇ ਵਿੱਚ 1 ਹੋਵੇ ਬਟ ਔਨ ਟੂ ਨਾ ਹੋਵੇ, ਫਿਰ ਔਨ ਟੂ ਹੋਵੇ ਬਟ 1 ਨਾ ਹੋਵੇ, ਹੈ ਨਾ। ਤਾਂ ਤੁਸੀਂ ਇਹਨਾਂ ਚਾਰੋਂ ਕੰਡੀਸ਼ਨਸ ਨੂੰ ਧਿਆਨ ਨਾਲ ਰੱਖ ਕੇ ਤੁਸੀਂ ਆਪਣੇ ਫੰਕਸ਼ਨਸ ਜਿਹੜੇ ਨੇ ਉਹ ਬਣਾਉਂਦੇ ਜਾਣੇ ਆ। ਜਿਵੇਂ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨਾਂ ਨੂੰ ਕਿਵੇਂ ਬਣਾਉਣਾ। ਤੁਸੀਂ ਜਿਵੇਂ A ਸੈੱਟ ਹੈਗਾ ਤੁਹਾਡੇ ਕੋਲ,
ਤੇ B ਸੈੱਟ ਹੈਗਾ ਹੈ ਨਾ। A ਸੈੱਟ ਦੇ ਵਿੱਚ ਐਲੀਮੈਂਟਸ ਹੈਗੇ ਆ 1 2 3 4 ਐਂਡ 5। B ਸੈੱਟ ਦੇ ਵਿੱਚ ਵੀ ਸੇਮ ਐਲੀਮੈਂਟਸ ਪਏ ਆ 1 2 3 4 ਐਂਡ 5। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਫੰਕਸ਼ਨ 1 1 ਵੀ ਹੋਵੇ ਐਂਡ ਔਨ ਟੂ ਵੀ ਹੋਵੇ। ਮੀਨਸ 1 1 ਵੀ ਹੋਵੇ ਔਨ ਟੂ ਵੀ ਹੋਵੇ। ਤਾਂ ਤੁਸੀਂ ਇੱਕ ਨੂੰ ਇੱਕ 'ਤੇ ਮੈਪ ਕਰ ਦਿਓ, ਜਿਵੇਂ ਮਰਜ਼ੀ ਕਰ ਦਿਓ। ਜਿਵੇਂ 1 ਨੂੰ 1 'ਤੇ ਕੀਤਾ, 2 ਨੂੰ 2 'ਤੇ ਕੀਤਾ, 3 ਨੂੰ 3 'ਤੇ ਕੀਤਾ, 4 ਨੂੰ 4 'ਤੇ ਕੀਤਾ, 5 ਨੂੰ 5 'ਤੇ ਕੀਤਾ। ਹੁਣ ਤੁਸੀਂ ਦੇਖੋ ਇਹ ਫੰਕਸ਼ਨ 1 1 ਵੀ ਹੈ ਕਿਉਂਕਿ ਹਰ ਇੱਕ ਐਲੀਮੈਂਟ ਦੀ ਆਪਣੀ ਡਿਫਰੈਂਟ ਇਮੇਜ ਹੈ, ਅਤੇ ਔਨ ਟੂ ਵੀ ਹੈ ਅਤੇ ਕਿਉਂਕਿ B ਦਾ ਕੋਈ ਐਲੀਮੈਂਟ ਖਾਲੀ ਵੀ ਹੈ ਨਹੀਂ। ਤਾਂ ਮੀਨਸ ਕਿ ਤੁਸੀਂ ਫੰਕਸ਼ਨ ਨੂੰ ਕਿਵੇਂ ਡਿਫਾਈਨ ਕਰ ਸਕਦੇ ਹੋ 1 1 2 2 3 3 4 4 ਐਂਡ 5 5। ਠੀਕ ਹੈ ਬੱਚੇ। ਤਾਂ ਇਹ ਹੋ ਗਿਆ ਤੁਹਾਡੇ ਕੋਲ ਪਹਿਲਾ ਪਾਰਟ ਕੰਪਲੀਟ। ਨੈਕਸਟ ਦੇ ਵਿੱਚ ਉਹ ਕਹਿੰਦੇ ਸੀਗੇ ਕਿ ਨਾਈਦਰ 1 1 ਨੋਰ ਔਨ ਟੂ। ਨਾਈਦਰ 1 1 ਨੋਰ ਔਨ ਟੂ, ਕਿ ਨਾ ਤਾਂ 1 1 ਹੋਵੇ ਅਤੇ ਨਾ ਹੀ ਔਨ ਟੂ ਹੋਵੇ। ਮੀਨਸ ਕਿ ਤੁਸੀਂ ਇਹ ਵੀ ਕਰਨਾ ਹੈ ਕਿ ਦੋ ਐਲੀਮੈਂਟ ਦੀ ਸੇਮ ਇਮੇਜ ਦੇ ਦੇਣੀ ਹੈ, ਨਾਲ ਹੀ ਤੁਸੀਂ ਇੱਕ ਐਲੀਮੈਂਟ B ਦਾ ਖਾਲੀ ਛੱਡ ਦਿਓ। ਤਾਂ ਹੁਣ ਇਹਦੇ ਵਾਸਤੇ ਤੁਸੀਂ ਕਿਵੇਂ ਡਿਫਾਈਨ ਕਰੋਗੇ? ਜਿਵੇਂ ਹੁਣ A ਸੈੱਟ ਲੈ ਲਿਆ, B ਸੈੱਟ ਲੈ ਲਿਆ। ਇਹਦੇ ਵਿੱਚ ਹੈਗਾ 1 2 3 4 ਐਂਡ 5 ਅਤੇ B ਸੈੱਟ 'ਚ ਵੀ ਹੈਗਾ 1 2 3 4 ਐਂਡ 5। ਪਹਿਲਾਂ ਤਾਂ ਤੁਸੀਂ ਨਾਈਦਰ 1 1 ਵਾਲੀ ਕੰਡੀਸ਼ਨ ਕਰੋ। ਤੁਸੀਂ ਕੀ ਕਰ ਦਿਓ, 1 ਦੀ ਇਮੇਜ ਵੀ 1 ਦੇ ਦਿਓ, 2 ਦੀ ਇਮੇਜ ਵੀ 1 ਦੇ ਦਿਓ। ਫਿਰ ਉਸ ਤੋਂ ਬਾਅਦ 3 ਦੀ ਇਮੇਜ 2 ਦੇ ਦਿਓ, 4 ਦੀ ਇਮੇਜ 3 ਦੇ ਦਿਓ, 5 ਦੀ ਇਮੇਜ 4 ਦੇ ਦਿਓ। ਤਾਂ ਹੁਣ ਇਹ 5 ਖਾਲੀ ਰਹਿ ਗਿਆ ਅਤੇ ਇਹ ਔਨ ਟੂ ਵੀ ਨਹੀਂ ਹੋਊਗਾ। ਤਾਂ ਇਸ ਕੰਡੀਸ਼ਨ ਦੇ ਅਕੋਰਡਿੰਗ ਇਹ 1 1 ਨਹੀਂ ਹੋਊਗਾ, ਇਸ ਕੰਡੀਸ਼ਨ ਦੇ ਅਕੋਰਡਿੰਗ ਇਹ ਔਨ ਟੂ ਨਹੀਂ ਹੋਊਗਾ। ਤਾਂ ਮੀਨਸ ਕਿ ਤੁਸੀਂ ਫੰਕਸ਼ਨ ਡਿਫਾਈਨ ਕਰ ਦਿਓ 1 1 2 1 3 3 3 2 4 3 ਐਂਡ 5 4। ਠੀਕ ਹੈ ਬੱਚੇ। ਤਾਂ ਇੱਥੇ 5 ਖਾਲੀ ਰਹਿ ਗਿਆ ਤਾਂ ਇਹ ਔਨ ਟੂ ਨਹੀਂ ਹੋਊਗਾ। ਨੈਕਸਟ ਥਰਡ ਪਾਰਟ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ 1 1 ਤਾਂ ਹੋਵੇ ਬਟ ਔਨ ਟੂ ਨਾ ਹੋਵੇ, ਨੋਟ ਔਨ ਟੂ। ਠੀਕ ਹੈ। 1 1 ਹੋਵੇ ਬਟ ਔਨ ਟੂ ਨਾ ਹੋਵੇ। ਤਾਂ ਤੁਸੀਂ A to B ਦੇ ਵਿੱਚ ਇੱਕ ਫੰਕਸ਼ਨ ਡਿਫਾਈਨ, ਐਸਾ ਕੋਈ ਫੰਕਸ਼ਨ ਦੇਖੋ ਦੇਖਦੇ ਹਾਂ ਕਿ ਆਪਾਂ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ। ਤਾਂ ਹੁਣ ਤੁਸੀਂ ਦੇਖੋ ਹੁਣ A ਸੈੱਟ ਦੇ ਵਿੱਚ ਆਪਣੇ ਕੋਲੇ 1 2 3 4 ਐਂਡ 5 5 ਐਲੀਮੈਂਟ ਇਹਦੇ ਵਿੱਚ ਨੇ 1 2 3 4 ਐਂਡ 5। ਤਾਂ ਹੁਣ ਤੁਸੀਂ ਦੇਖੋ ਕਿ ਜੇ ਮੈਨੇ ਇਸ ਫੰਕਸ਼ਨ ਨੂੰ 1 1 ਬਣਾਉਣਾ ਹੈ ਤਾਂ ਹਰ ਇੱਕ ਐਲੀਮੈਂਟ ਨੂੰ ਡਿਫਰੈਂਟ ਇਮੇਜ ਦੇਣੀ ਪੈਣੀ ਹੈ। ਜਦੋਂ ਹੈ ਹੀ ਐਲੀਮੈਂਟ ਦੋਵੇਂ ਪਾਸੇ ਸੇਮ ਨੇ ਤਾਂ ਫਿਰ 1 1 ਵੀ ਆਪਾਂ ਕਹਿ ਰਹੇ ਹਾਂ ਇੱਕ ਪਾਸੇ ਕਿ ਹਰ ਇੱਕ ਨੂੰ ਆਪਣੀ ਡਿਫਰੈਂਟ ਇਮੇਜ ਮਿਲਣੀ ਚਾਹੀਦੀ ਹੈ, ਬਟ ਇਮੇਜ ਵੀ ਆਪਣੇ ਕੋਲ ਉਨੀਆਂ ਹੀ ਨੇ ਜਿੰਨੇ ਐਲੀਮੈਂਟ ਸੀਗੇ, ਹੈ ਨਾ। ਤਾਂ ਇਟ ਮੀਨਸ ਕੋਈ ਵੀ ਐਲੀਮੈਂਟ ਹੈਗਾ ਜਿਹੜਾ B ਦਾ ਉਹ ਖਾਲੀ ਨਹੀਂ ਹੋਊਗਾ। ਦੈਟ ਮੀਨਸ ਇਸ ਟਾਈਪ ਦਾ ਕੋਈ ਵੀ ਫੰਕਸ਼ਨ ਐਗਜ਼ਿਸਟ ਨਹੀਂ ਕਰੂਗਾ, ਡਜ਼ ਨਾਟ ਐਗਜ਼ਿਸਟ ਦਿਸ ਟਾਈਪ ਆਫ ਫੰਕਸ਼ਨ। ਠੀਕ ਹੈ ਬੱਚੇ। ਮੀਨਸ ਕਿ ਅਗਰ 1 1 ਹੈ ਤਾਂ ਔਨ ਟੂ ਵੀ ਉਹ ਪੱਕਾ ਹੋਊਗਾ। ਫਿਰ ਕਹਿੰਦੇ ਨੇ ਕਿ ਔਨ ਟੂ ਹੋਵੇ ਬਟ ਨੋਟ 1 1, ਕਿ 1 1 ਨਾ ਹੋਵੇ, ਹੈ ਨਾ। ਤਾਂ ਹੁਣ ਇਸ ਤਰੀਕੇ ਦਾ ਵੀ ਆਪਾਂ ਦੇਖਦੇ ਹਾਂ ਕਿ ਕੋਈ ਫੰਕਸ਼ਨ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ। ਇਹ ਹੋ ਗਿਆ 1 2 3 4 5 ਅਤੇ B ਸੈੱਟ ਦੇ ਵਿੱਚ ਹੈਗਾ 1 2 3 4 5। ਔਨ ਟੂ ਵਿੱਚ ਕਹਿੰਦੇ ਨੇ ਕਿ ਉਹ ਹਰ ਇੱਕ ਐਲੀਮੈਂਟ ਦੀ ਪ੍ਰੀ ਇਮੇਜ ਹੋਣੀ ਚਾਹੀਦੀ ਹੈ। ਮੰਨ ਲਓ ਆਪਾਂ 1 ਦੀ ਇਮੇਜ 1 ਦੇਤੀ, ਹੈ ਨਾ। ਤਾਂ 2 ਦੀ 1 ਤਾਂ ਨਹੀਂ ਲੈ ਸਕਦੇ ਕਿਉਂਕਿ ਇਹ ਫਿਰ ਫੰਕਸ਼ਨ ਨਹੀਂ ਬਣੂਗਾ। ਤਾਂ 2 ਦੀ 2 ਲੈਣੀ ਪੈਣੀ ਹੈ ਆਪਾਂ ਨੂੰ, 3 ਦੀ 3 ਲੈਣੀ ਪੈਣੀ ਹੈ, 4 ਦੀ 4 ਲੈਣੀ ਪੈਣੀ ਹੈ, ਤਾਂ 5 ਦੀ ਵੀ ਆਪਾਂ ਨੂੰ ਕੋਈ ਨਾ ਕੋਈ ਇਮੇਜ ਦੇਣੀ ਪੈਣੀ ਹੈ। ਤਾਂ ਇਟ ਮੀਨਸ ਕਿ ਹਰ ਇੱਕ ਐਲੀਮੈਂਟ ਨੂੰ ਅਗਰ ਤੁਸੀਂ ਇਮੇਜ ਦੇਣੀ ਹੈ, ਪ੍ਰੀ ਇਮੇਜ ਦੇਣੀ ਹੈ, ਤਾਂ ਉਹ ਫੰਕਸ਼ਨ ਔਨ ਟੂ ਨਹੀਂ ਰਹਿ ਸਕਦਾ। ਤਾਂ ਇਟ ਮੀਨਸ ਇਸ ਟਾਈਪ ਦਾ ਵੀ ਕੋਈ ਫੰਕਸ਼ਨ ਐਗਜ਼ਿਸਟ ਨਹੀਂ ਕਰੂਗਾ। ਤਾਂ ਇਸ ਟਾਈਪ ਦਾ ਵੀ ਕੋਈ ਫੰਕਸ਼ਨ ਐਗਜ਼ਿਸਟ ਨਹੀਂ ਕਰੂਗਾ। ਠੀਕ ਹੈ। ਤਾਂ ਇਹ ਸੀਗੇ ਤੁਸੀਂ ਇਸ ਟਾਈਪ ਦੇ ਨਾਲ ਚਾਰੋਂ ਫੰਕਸ਼ਨ ਜਿਹੜੇ ਨੇ ਉਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਡਿਫਾਈਨ ਕਰ ਸਕਦੇ ਹੋ। ਨੈਕਸਟ ਥਰਡ ਦੇ ਵਿੱਚ ਆ ਜਾਂਦਾ ਬੱਚੇ, ਤੁਹਾਨੂੰ A ਸੈੱਟ ਦਿੱਤਾ ਹੋਇਆ 1 2 3 4 ਅਤੇ B ਸੈੱਟ ਦਿੱਤਾ ਹੋਇਆ X Y ਅਤੇ Z। ਕਹਿੰਦੇ ਇਹਦੇ ਵਿੱਚ ਕਿੰਨੇ ਫੰਕਸ਼ਨਸ ਨੇ ਜਿਹੜੇ ਕਿ ਇਸ ਕੰਡੀਸ਼ਨ ਨੂੰ ਸੈਟਿਸਫਾਈ ਕਰਦੇ ਨੇ ਕਿ 1 ਵੀ X 'ਤੇ ਜਾਵੇ ਅਤੇ 2 ਵੀ X 'ਤੇ ਜਾਵੇ, ਹੈ ਨਾ। ਹੁਣ ਤੁਸੀਂ ਇਹਦੇ ਲਈ ਦੇਖੋ ਕਿ ਤੁਹਾਨੂੰ ਕੀ ਕਰਨਾ ਪੈਣਾ ਹੈ। ਜਿਵੇਂ ਹੁਣ ਉਹਨਾਂ ਨੇ ਦੋ ਐਲੀਮੈਂਟ ਦੀ ਇਮੇਜ ਜਿਹੜੀ ਉਹ ਫਿਕਸ ਕਰਤੀ, ਹੈ ਨਾ। ਤੁਹਾਡੇ ਕੋਲ A ਸੈੱਟ ਦੇ ਵਿੱਚ ਐਲੀਮੈਂਟਸ ਹੈਗੇ ਨੇ 1 2 3 ਐਂਡ 4 ਅਤੇ B ਸੈੱਟ ਦੇ ਵਿੱਚ ਐਲੀਮੈਂਟਸ ਹੈਗੇ ਨੇ 3 X Y ਅਤੇ Z। ਉਹ ਕਹਿੰਦੇ ਨੇ ਕਿ ਜਿਹੜੀ 1 ਦੀ ਇਮੇਜ ਹੈ ਉਹ ਵੀ X ਹੈ, ਜਿਹੜੀ 2 ਦੀ ਇਮੇਜ ਹੈ ਉਹ ਵੀ X ਹੈ। ਮੀਨਸ ਇਹ ਚੀਜ਼ ਫਿਕਸ ਹੋ ਗਈ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜਾ 3 ਐਲੀਮੈਂਟ ਹੈ, 3 ਐਲੀਮੈਂਟ ਦੇ ਲਈ ਕਿੰਨੀਆਂ ਇਮੇਜਿਸ ਨੇ। ਜਿਹੜਾ 3 ਐਲੀਮੈਂਟ ਹੈ ਉਹ ਕਿੰਨੇ 'ਤੇ ਜਾ ਸਕਦਾ ਹੈ। ਜਿਹੜਾ 3 ਐਲੀਮੈਂਟ ਹੈ ਉਹ X 'ਤੇ ਵੀ ਜਾ ਸਕਦਾ ਹੈ, Y 'ਤੇ ਵੀ ਜਾ ਸਕਦਾ ਹੈ, Z 'ਤੇ ਵੀ ਜਾ ਸਕਦਾ ਹੈ। ਮੀਨਸ ਇੱਕ ਐਲੀਮੈਂਟ ਦੇ ਲਈ 3 ਕੇਸ ਬਣਦੇ ਆ। ਹੁਣ ਇਹਦੇ ਵਿੱਚੋਂ 1 X 'ਤੇ ਜਾ ਰਿਹਾ ਹੈ, 2 ਵੀ X 'ਤੇ ਜਾ ਰਿਹਾ, ਤਾਂ ਫਿਕਸ ਹੋ ਗਿਆ ਨਾ। ਅਤੇ ਜਿਹੜਾ 3 ਹੈ ਉਹਨੂੰ ਮੈਂ X ਨਾਲ ਵੀ ਲੈ ਸਕਦੀ ਹਾਂ, 3 ਨੂੰ Y ਨਾਲ ਵੀ ਲੈ ਸਕਦੇ ਹਾਂ, 3 ਨੂੰ Z ਨਾਲ ਵੀ ਲੈ ਸਕਦੇ ਹਾਂ। ਠੀਕ ਹੈ ਬੱਚੇ। ਇਹ ਚੀਜ਼ ਦੋਨਾਂ ਦੇ ਵਿੱਚ ਫਿਕਸ ਹੋ ਗਈ, 1X ਅਤੇ 2X। ਅਤੇ ਹੁਣ ਜਿਹੜਾ 4 ਐਲੀਮੈਂਟ ਹੈ ਉਹ ਵੀ ਆਪਾਂ X 'ਤੇ ਵੀ ਲੈ ਸਕਦੇ ਹਾਂ, 4 ਐਲੀਮੈਂਟ Y 'ਤੇ ਵੀ ਲੈ ਸਕਦੇ ਹਾਂ,
ਤੇ 4 ਐਲੀਮੈਂਟ Z ਦੇ ਵੀ ਲੈ ਸਕਦੇ ਹਾਂ। ਸੇਮ ਇੱਦਾਂ ਹੀ ਤਾਂ ਹੁਣ ਤੁਸੀਂ ਦੇਖੋ ਕਿ ਇਹਦੇ ਲਈ 3 ਪੋਸੀਬਿਲਿਟੀਜ਼ ਨੇ, ਇਹਦੇ ਲਈ 3 ਪੋਸੀਬਿਲਿਟੀਜ਼ ਨੇ, ਤਾਂ ਤੁਹਾਡੇ ਕੋਲ ਜਿਹੜੇ ਟੋਟਲ ਨੰਬਰ ਆਫ 1 ਦੇ ਲਈ, ਜੋ 1 ਦੇ ਲਈ ਇਮੇਜ ਦੀ ਪੋਸੀਬਿਲਿਟੀ ਸੀ ਉਹ ਸਿਰਫ ਇੱਕ ਸੀਗੀ, ਤਾਂ 2 ਦੇ ਲਈ ਵੀ ਸਿਰਫ ਇੱਕੋ ਹੀ ਸੀ, 3 ਦੇ ਲਈ 3 ਪੋਸੀਬਿਲਿਟੀਜ਼, 4 ਦੇ ਲਈ ਵੀ 3 ਪੋਸੀਬਿਲਿਟੀਜ਼। ਤਾਂ ਮੀਨਸ ਤੁਹਾਡੇ ਕੋਲ ਇਸ ਤਰ੍ਹਾਂ ਦੇ 9 ਫੰਕਸ਼ਨਸ ਜਿਹੜੇ ਨੇ ਉਹ ਐਗਜ਼ਿਸਟ ਕਰਨਗੇ। ਠੀਕ ਹੈ ਜੀ। ਤੇ ਨੈਕਸਟ ਤੁਹਾਡੇ ਕੋਲ ਆ ਜਾਂਦਾ ਬੱਚੇ 4th ਐਗਜ਼ਾਮਪਲ। ਇਹਦੇ ਵਿੱਚ ਤੁਹਾਡੇ ਕੋਲ ਇੱਕ ਫੰਕਸ਼ਨ ਦੇ ਰੱਖਿਆ ਫਰੋਮ n to Z10, ਜਿਹੜਾ ਕਿ ਡਿਫਾਈਨ ਹੈ ਕਿ ਅਗਰ ਤੁਸੀਂ ਕੋਈ ਵੀ ਨੈਚੁਰਲ ਨੰਬਰ ਪੁੱਟ ਕਰਦੇ ਹੋ ਤਾਂ ਉਹਦਾ ਆਨਸਰ ਉਹਨਾਂ ਆਉਣਾ ਜਿੰਨਾ ਕਿ ਉਹਨੂੰ 10 ਨਾਲ ਡਿਵਾਈਡ ਕਰਨ ਤੋਂ ਬਾਅਦ ਰਿਮਾਈਂਡਰ ਬਚੂਗਾ। ਤਾਂ ਉਹ ਤੁਹਾਨੂੰ F23 ਪੁੱਛਦੇ ਨੇ। ਹੁਣ 23 ਨੂੰ 10 ਨਾਲ ਡਿਵਾਈਡ ਕਰੋ, ਕਿੰਨਾ ਰਿਮਾਈਂਡਰ ਬਚੂਗਾ? 3 ਬਚੂਗਾ, ਕਿਉਂਕਿ ਜਦੋਂ ਤੁਸੀਂ 23 ਨੂੰ 10 ਨਾਲ ਡਿਵਾਈਡ ਕਰੋਗੇ ਤਾਂ ਰਿਮਾਈਂਡਰ 3 ਆਊਗਾ ਨਾ, 3 ਆਊਗਾ, ਤਾਂ ਦੈਟ ਮੀਨਸ ਇਹਦਾ ਆਨਸਰ 3 ਆ ਗਿਆ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਉਹ ਐਗਜ਼ਾਮਪਲ ਇਸ ਨੂੰ ਕਰ ਸਕਦੇ ਹੋ। ਨੈਕਸਟ ਉਹ ਪੁੱਛਦੇ ਨੇ ਕਿ ਕਹਿੰਦੇ ਕਿ ਅੰਡਰ ਵਟ ਕੰਡੀਸ਼ਨ ਇਹ ਕੌਨਸਟੈਂਟ ਫੰਕਸ਼ਨ ਕੈਨ ਬੀ 1 1 ਐਂਡ ਔਨ 2। ਕਹਿੰਦੇ ਇੱਕ ਕੌਨਸਟੈਂਟ ਫੰਕਸ਼ਨ ਕਿਹੜੀ ਕੰਡੀਸ਼ਨ ਦੇ ਅੰਡਰ 1 1 ਤੇ ਔਨ 2 ਹੋ ਸਕਦਾ ਹੈ। ਕੌਨਸਟੈਂਟ ਫੰਕਸ਼ਨ ਆਪਾਂ ਨੂੰ ਪਤਾ ਹੈ ਕਿ ਉਹ ਹੁੰਦਾ ਜਿਹਨੇ ਹਰ ਇੱਕ ਐਲੀਮੈਂਟ ਦੇ ਉੱਪਰ ਇਮੇਜ ਸੇਮ ਦੇਣੀ ਹੁੰਦੀ ਹੈ, ਹੈ ਨਾ, ਹਰ ਇੱਕ ਐਲੀਮੈਂਟ ਦੇ ਉੱਪਰ ਇਮੇਜ ਸੇਮ ਦੇਣੀ ਹੁੰਦੀ ਹੈ। ਤਾਂ ਹੁਣ ਤੁਸੀਂ ਦੇਖੋ ਕਿ ਕੌਨਸਟੈਂਟ ਫੰਕਸ਼ਨ ਹੈ ਆਪਣੇ ਕੋਲ, ਜਿਵੇਂ ਸਪੋਜ਼ ਐਕਸ ਸੈੱਟ ਹੈ ਨਾ, ਇੱਕ ਵਾਈ ਸੈੱਟ ਹੈ ਜਿਹਦੇ ਵਿੱਚ ਇੱਕੋ ਹੀ ਐਲੀਮੈਂਟ ਦੇ ਰੇਂਜ ਸੈੱਟ ਦੇ ਵਿੱਚ ਸਿਰਫ ਇੱਕੋ ਹੀ ਐਲੀਮੈਂਟ ਆਊਗਾ। ਆਪਾਂ ਕਹਿੰਦੇ ਹਾਂ ਕਿ ਜਦੋਂ ਆਪਣੇ ਕੋਲੇ ਮੰਨ ਲਓ ਇੱਧਰ 4 ਐਲੀਮੈਂਟਸ ਨੇ, ਇਹ 4 ਦੇ 4 ਐਲੀਮੈਂਟ ਅਗਰ ਸੇਮ ਤੇ ਜਾਂਦੇ ਨੇ ਤਾਂ ਆਪਣੇ ਕੋਲੇ ਫੰਕਸ਼ਨ ਫਿਰ 1 1 ਨਹੀਂ ਰਹੂਗਾ। ਤਾਂ 1 1 ਇਹ ਫੰਕਸ਼ਨ ਨੇ ਕਦੋਂ ਹੋਣਾ? ਜਦੋਂ ਇੱਧਰ ਵੀ ਸਿਰਫ ਇੱਕੋ ਹੀ ਪੁਆਇੰਟ ਹੋਵੇ। ਸਿਰਫ ਇੱਕ ਪੁਆਇੰਟ ਜੇ ਇੱਧਰ ਹੈ ਤੇ ਇੱਕ ਪੁਆਇੰਟ ਉੱਧਰ ਹੈ ਤੇ ਫੰਕਸ਼ਨ ਨੇ 1 1 ਵੀ ਹੋ ਜਾਣਾ, ਤਾਂ ਔਨ 2 ਵੀ ਹੋ ਜਾਊਗਾ, ਹੈ ਨਾ। ਇਹ ਰਿਕੁਆਇਰਡ ਕੰਡੀਸ਼ਨ ਆ ਗਈ। ਮੀਨਸ ਕਿ ਫॉर ਫੰਕਸ਼ਨ A to be 1 1 ਡਿਫਰੈਂਟ ਐਲੀਮੈਂਟ ਆਫ A ਮਸਟ ਹੈਵ ਡਿਫਰੈਂਟ ਇਮੇਜਸ। ਇਹ ਆਪਾਂ ਨੂੰ ਪਤਾ ਹੈ ਕਿ ਕੋਈ ਫੰਕਸ਼ਨ 1 1 ਤਾਂ ਹੁੰਦਾ ਅਗਰ ਡਿਫਰੈਂਟ ਐਲੀਮੈਂਟਸ ਦੀਆਂ ਡਿਫਰੈਂਟ ਇਮੇਜਸ ਹੁੰਦੀਆਂ ਨੇਗੀਆਂ। ਐਂਡ ਵਿਚ ਇਜ਼ ਪੋਸੀਬਲ ਇਫ ਐਂਡ ਓਨਲੀ ਇਫ A ਕੰਟੇਨਸ ਓਨਲੀ 1 ਐਲੀਮੈਂਟ। ਅਗਰ ਇਹਦੇ ਵਿੱਚ ਸਿਰਫ ਸਿੰਗਲ ਐਲੀਮੈਂਟ ਹੋਊਗਾ ਤਾਂ ਇਹ ਫੰਕਸ਼ਨ 1 1 ਹੋਊਗਾ। ਨੈਕਸਟ ਆ ਜਾਂਦਾ ਕਿ ਆਲਸੋ ਫॉर A to be on 2 every element of B must be an image of at least 1 element of A, है ना, which is true if and only if B contains only 1 element। ਤਾਂ ਇਹ ਚੀਜ਼ ਤਾਂ ਪੋਸੀਬਲ ਹੋਣੀ ਹੈ ਅਗਰ B ਦੇ ਵਿੱਚ ਸਿਰਫ ਇੱਕ ਐਲੀਮੈਂਟ ਹੋਊਗਾ। ਤਾਂ ਮੀਨਸ ਰਿਕੁਆਇਰਡ ਕੰਡੀਸ਼ਨ ਆ ਗਈ ਕਿ ਜਿਹੜਾ ਕੌਨਸਟੈਂਟ ਫੰਕਸ਼ਨ ਹੈ ਉਹ 1 1 on 2 ਸਿਰਫ ਤਾਂ ਹੋ ਸਕਦਾ ਅਗਰ A ਤੇ B ਦੋਨਾਂ ਦੇ ਵਿੱਚ ਸਿਰਫ ਇੱਕ ਐਲੀਮੈਂਟ ਹੀ ਹੋਵੇ, ਇੱਕ ਤੋਂ ਜ਼ਿਆਦਾ ਐਲੀਮੈਂਟਸ ਨਾ ਹੋਣ। ਠੀਕ ਹੈ ਜੀ। ਨੈਕਸਟ 6th ਐਗਜ਼ਾਮਪਲ ਦੇ ਵਿੱਚ ਫੰਕਸ਼ਨ ਹੈ ਆਇਡੈਂਟੀਟੀ ਫੰਕਸ਼ਨ। ਇਹਨੂੰ ਤੁਸੀਂ 1 1 ਤੇ ਔਨ 2 ਪ੍ਰੂਫ ਕਰਨਾ ਹੈ। ਹੁਣ 1 1 ਵਾਸਤੇ ਤੁਸੀਂ 2 ਡਿਫਰੈਂਟ ਪੁਆਇੰਟਸ ਲਿੱਤੇ x1 ਐਂਡ x2। ਦੋਨਾਂ ਦੇ ਉੱਪਰ ਇਮੇਜਸ ਜਿਹੜੀਆਂ ਨੇ ਉਹ ਇਕੁਅਲ ਲੈ ਲਈਆਂ। ਜਿਹੜੀਆਂ ਇਮੇਜਸ ਨੇ ਉਹੀ ਤਾਂ ਪੁਆਇੰਟਸ ਨੇ ਆਇਡੈਂਟੀਟੀ ਫੰਕਸ਼ਨ ਦੇ, ਕਿਉਂਕਿ ਫੰਕਸ਼ਨ ਦੀ ਡੈਫੀਨੇਸ਼ਨ ਹੀ ਇਹੀ ਹੈ ਕਿ ਆਇਡੈਂਟੀਟੀ x = x। ਔਨ 2 ਵਾਸਤੇ ਕੀ ਕੀਤਾ? y, x ਨੂੰ ਇਨ ਫੋਰਮ ਆਫ y ਲਿੱਤਾ। x ਇਨ ਫੋਰਮ ਆਫ y ਲਿਖੋਗੇ ਤਾਂ x = y ਆ ਜਾਊਗਾ। ਦੈਨ ਇਹੀ ਤੁਹਾਡੇ ਕੋਲੇ ਔਨ 2 ਦੀ ਡੈਫੀਨੇਸ਼ਨ ਹੋਗੀ। ਨੈਕਸਟ ਬੱਚੇ 7th ਐਗਜ਼ਾਮਪਲ ਦੇ ਵਿੱਚ ਪ੍ਰੂਫ ਕਰਨ ਨੂੰ ਕਹਿੰਦੇ ਨੇ ਕਿ ਪ੍ਰੂਫ ਕਰੋ ਕਿ ਜਿਹੜਾ ਇਹ ਫੰਕਸ਼ਨ ਹੈ ਬਾਈਜੈਕਟਿਵ ਹੈ। ਬਾਈਜੈਕਟਿਵ ਮੀਨਸ 1 1 on 2। ਤਾਂ ਤੁਸੀਂ ਪਹਿਲਾਂ ਇਹਨੂੰ 1 1 ਪ੍ਰੂਫ ਕਰੋਗੇ, ਫਿਰ ਇਹਨੂੰ ਔਨ 2 ਪ੍ਰੂਫ ਕਰੋਗੇ। 1 1 ਵਾਸਤੇ ਤੁਸੀਂ 2 ਪੁਆਇੰਟਸ ਲਿੱਤੇ ਜਿਨ੍ਹਾਂ ਦੇ ਉੱਪਰ ਇਮੇਜਸ ਸੇਮ ਆਉਣਗੀਆਂ। ਜਦੋਂ ਇਮੇਜਸ ਕੀ ਆਉਣਗੀਆਂ? x1 ਦੇ ਉੱਪਰ 1/x1 ਤੇ x2 ਦੇ ਉੱਪਰ 1/x2। ਰੈਸੀਪ੍ਰੋਕਲ ਕਰੋਗੇ ਤਾਂ x1 = x2 ਆ ਜਾਊਗਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਫੰਕਸ਼ਨ ਨੂੰ 1 1 ਪ੍ਰੂਫ ਕਰ ਸਕਦੇ ਹੋ। ਫਿਰ ਔਨ 2 ਵਾਸਤੇ ਤੁਸੀਂ x ਇਨ ਫੋਰਮ ਆਫ ਜਦੋਂ y ਕੱਢੋਗੇ ਤਾਂ 1/y ਆਊਗਾ, ਫਿਰ y ਇਜ਼ ਨੋਨ ਜ਼ੀਰੋ। ਠੀਕ ਹੈ, ਤਾਂ ਇਹ ਫੰਕਸ਼ਨ ਔਨ 2 ਵੀ ਹੋ ਗਿਆ। ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜਾ ਫੰਕਸ਼ਨ ਹੈ ਇਹ 1 1 on 2 ਹੋ ਗਿਆ। ਦੈਟ ਮੀਨਸ ਇਹ ਬਾਈਜੈਕਸ਼ਨ ਹੋ ਗਿਆ ਆਪਣੀ ਡੋਮੇਨ ਦੇ ਵਿੱਚ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਠੀਕ ਹੈ ਰਾਜੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਐਗਜ਼ਾਮਪਲਸ ਜਿਹੜੀਆਂ ਨੇ ਉਹ ਕਰ ਲਿਓ ਰਾਜੇ। ਅਤੇ ਫਿਰ ਇਹਦੇ ਨਾਲ ਦੀ ਜਿਹੜੀ ਰਿਲੇਟਡ ਐਕਸਰਸਾਈਜ਼ ਹੈ ਉਹ ਵੀ ਤੁਹਾਨੂੰ ਲਾਸਟ ਦੇ ਵਿੱਚ ਦਿੱਤੀ ਹੋਈ ਹੈ। ਉਹਦੇ ਵਿੱਚੋਂ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਵੀ ਐਗਜ਼ਾਮਪਲ ਦੇ ਵਿੱਚ ਕਿਸੇ ਦਾ ਕੋਈ ਵੀ ਡਾਊਟ ਹੈ ਬੱਚੇ, ਤੁਸੀਂ ਨਾਲ ਦੀ ਨਾਲ ਕਲੀਅਰ ਕਰ ਲਿਓ। ਓਕੇ।